ਸਰਦਾਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਅੰਤਰਝਾਤ ਦਾ ਲੇਖ ਹੈ ਇੱਕ ਇੱਕ ਪਲ ਜਦੋਂ ਸਾਲ ਵਾਂਗ ਲੰਘਦਾ। ਉਡੀਕ ਕੋਈ ਵੀ ਹੋਵੇ, ਤਨ ਤੇ ਮਨ ਦੋਹਾਂ ਨੂੰ ਨਿਤਾਣਾ ਕਰ ਦਿੰਦੀ ਹੈ। ਉਡੀਕ ਦੇ ਅਰਸੇ ਦੌਰਾਨ ਚੜ੍ਹਦੀ ਕਲਾ ਵਿੱਚ ਵਿਚਰਨਾ ਸੰਭਵ ਨਹੀਂ ਹੁੰਦਾ, ਕਿਉਂਕਿ ਉਡੀਕ ਦੌਰਾਨ ਸਾਡੀਆਂ ਤਣਾਵਾਂ ਕਿਸੇ ਹੋਰ ਨੇ ਖਿੱਚੀਆਂ ਹੋਈਆਂ ਹੁੰਦੀਆਂ ਹਨ। ਉਡੀਕ ਮਜਬੂਰੀ ਦੀ ਇੱਕ ਉਦਾਹਰਨ ਹੈ। ਉਡੀਕ ਕਰਨਾ ਕਿਸੇ ਦੀ ਮਰਜ਼ੀ ਨਹੀਂ ਹੁੰਦੀ, ਮਜਬੂਰੀ ਹੁੰਦੀ ਹੈ, ਅਤੇ ਮਜਬੂਰੀ ਵੱਸ ਕੀਤੇ ਕੰਮ ਦੀ ਪੱਧਰ ਉੱਚੀ ਨਹੀਂ ਹੁੰਦੀ। ਉਡੀਕ ਇੱਕ ਸਮਾਜਿਕ ਵਰਤਾਰਾ ਹੈ। ਉਡੀਕ ਸਮਾਜ ਵਿੱਚ ਰਹਿੰਦਿਆਂ ਹੀ ਕੀਤੀ ਜਾ ਸਕਦੀ ਹੈ। ਜੇ ਤੁਹਾਡੇ ਕਿਸੇ ਨਾਲ ਸੰਬੰਧ ਹੀ ਨਹੀਂ ਹਨ ਤਾਂ ਤੁਸੀਂ ਉਡੀਕ ਦੀ ਲਾਚਾਰੀ ਤੋਂ ਵੀ ਮੁਕਤ ਹੋਵੋਗੇ। ਇਕੱਲੇ ਹੋਣ ਦੀ ਸੂਰਤ ਵਿੱਚ ਤੁਸੀਂ ਗੁੱਸੇ ਵੀ ਨਹੀਂ ਹੋ ਸਕਦੇ। ਉਦਾਸੀ ਵੀ ਕਿਸੇ ਹੋਰ ਦੀ ਹੋਂਦ ਨਾਲ ਜੁੜੀ ਹੁੰਦੀ ਹੈ। ਇਕੱਲਿਆਂ ਬਹਾਨਾ ਵੀ ਨਹੀਂ ਲਾਇਆ ਜਾ ਸਕਦਾ। ਬਹਾਨਾ ਲਾਉਣ ਲਈ ਵੀ ਕਿਸੇ ਹੋਰ ਦੀ ਲੋੜ ਹੁੰਦੀ ਹੈ। ਇਕੱਲਿਆਂ ਤੁਸੀਂ ਗੱਲਬਾਤ ਨਹੀਂ ਕਰ ਸਕਦੇ। ਗੱਲ ਕਰਨ ਲਈ ਦੂਜੀ ਧਿਰ ਦਾ ਹੋਣਾ ਜ਼ਰੂਰੀ ਹੈ। ਸਮਾਜ ਤੋਂ ਬਿਨਾਂ ਉਡੀਕ ਦਾ ਸੰਕਲਪ ਨਾ ਉਸਾਰਿਆ ਜਾ ਸਕਦਾ ਹੈ, ਨਾ ਸਮਝਿਆ ਜਾ ਸਕਦਾ ਹੈ। ਉਡੀਕ ਅਜੋਕੇ ਸਮੇਂ ਦਾ ਵਰਤਾਰਾ ਹੈ। ਪੁਰਾਣੇ ਸਮਿਆਂ 'ਚ ਲੋਕਾਂ ਵਿੱਚ ਧੀਰਜ ਵਧੇਰੇ ਸੀ। ਜੀਵਨ ਦਾ ਘੇਰਾ ਸੀਮਤ ਸੀ। ਲੋਕਾਂ ਦੀ ਗਿਣਤੀ ਥੋੜ੍ਹੀ ਸੀ। ਪ੍ਰਾਪਤੀ ਦੀ ਥਾਂ ਤਿਆਗ ਉੱਤੇ ਬਲ ਸੀ। ਉਹਨਾਂ ਨੂੰ ਕਿਸੇ ਦੀ ਉਡੀਕ ਕਰਨੀ ਹੀ ਨਹੀਂ ਸੀ ਪੈਂਦੀ। ਜੇ ਕਰਨੀ ਪੈਂਦੀ ਵੀ ਸੀ ਤਾਂ ਉਡੀਕ ਧੀਰਜ ਨਾਲ ਕਰਦੇ ਸਨ। ਇਸ ਧੀਰਜ ਦਾ ਮੁੱਖ ਕਾਰਨ ਇਹ ਸੀ ਕਿ ਉਹ ਸਾਡੇ ਵਾਂਗ ਵਕਤ ਪ੍ਰਤੀ ਸੁਚੇਤ ਨਹੀਂ ਸਨ। ਸਮੇਂ ਨੂੰ ਉਹ ਸਾਡੇ ਵਾਂਗ ਸਕਿੰਟਾਂ, ਮਿੰਟਾਂ, ਘੰਟਿਆਂ ਦੀ ਥਾਂ ਦਹਾਕਿਆਂ, ਸਦੀਆਂ ਅਤੇ ਯੁੱਗਾਂ ਵਿੱਚ ਨਾਪਦੇ ਸਨ। ਵਕਤ ਦੱਸਣ ਵਾਲੀਆਂ ਘੜੀਆਂ ਭਾਰਤ ਵਿੱਚ ਸੋਚੀਆਂ ਹੀ ਨਹੀਂ ਸਨ ਜਾ ਸਕਦੀਆਂ। ਪੁਰਾਣੇ ਸਮਿਆਂ ਵਿੱਚ ਸਾਡੇ ਦੇਸ਼ ਦੇ ਲੋਕਾਂ ਵਿੱਚ ਸਮੇਂ ਦੇ ਮੁੱਕ ਜਾਣ ਦੀ ਸੋਝੀ ਹੀ ਨਹੀਂ ਸੀ। ਉਹਨਾਂ ਦੀ ਸਮੇਂ ਵਿੱਚ ਦਿਲਚਸਪੀ ਹੀ ਨਹੀਂ ਸੀ। ਉਹਨਾਂ ਲਈ ਜੀਵਨ ਉਪਜਣ ਅਤੇ ਬਿਨਸਣ ਦਾ ਇੱਕ ਨਿਰੰਤਰ ਸਿਲਸਿਲਾ ਸੀ, ਅਨੰਤ ਜਨਮਾਂ ਦਾ ਕਾਲ ਚੱਕਰ। ਯਹੂਦੀ, ਇਸਲਾਮ ਅਤੇ ਈਸਾਈ ਧਰਮਾਂ ਵਿੱਚ ਇੱਕ ਜੀਵਨ ਦਾ ਹੀ ਸੰਕਲਪ ਹੈ। ਇਹਨਾਂ ਧਰਮਾਂ ਵਿੱਚ 84 ਲੱਖ ਜੂਨਾਂ ਜਾਂ ਅਗਲੇਰੇ ਜਨਮ ਦਾ ਸੰਕਲਪ ਨਹੀਂ ਹੈ। ਸਮੇਂ ਦੀ ਸੋਝੀ ਸਾਨੂੰ ਈਸਾਈਆਂ ਅਰਥਾਤ ਯੂਰਪੀਨਾਂ ਨੇ ਕਰਵਾਈ। ਉਹ ਸਮੇਂ ਪ੍ਰਤੀ ਬੜੇ ਸੁਚੇਤ ਹਨ, ਇਸੇ ਲਈ ਉਹਨਾਂ ਦੇ ਜੀਵਨ ਵਿੱਚ ਕਾਲ ਹੈ। ਯੂਰਪ ਵਿੱਚ ਸਭ ਕੁਝ ਇਸੇ ਇੱਕ ਜੀਵਨ ਵਿੱਚ ਕਰ ਵਿਖਾਉਣ ਅਤੇ ਹਰ ਪਲ ਲੇਖੇ ਲਾਉਣ ਦੀ ਦੌੜ ਲੱਗੀ ਹੋਈ ਹੈ। ਜਿਉਂ-ਜਿਉਂ ਅਸੀਂ ਯੂਰਪੀਨ ਜੀਵਨ ਪ੍ਰਣਾਲੀ ਅਪਣਾਉਂਦੇ ਜਾ ਰਹੇ ਹਾਂ, ਸਾਡੇ ਵਿੱਚ ਵੀ ਤਿਉਂ-ਤਿਉਂ ਕਾਲ ਵੱਧ ਰਹੀ ਹੈ। ਇਸ ਕਾਲ ਕਾਰਨ ਹੀ ਉਡੀਕ ਕਰਨੀ ਮੁਸ਼ਕਿਲ ਅਤੇ ਦੁਖਦਾਈ ਹੁੰਦੀ ਜਾ ਰਹੀ ਹੈ। ਭਾਰਤੀ ਜੀਵਨ ਪ੍ਰਣਾਲੀ ਵਿੱਚ ਕਿਸੇ ਵੀ ਖੇਤਰ ਵਿੱਚ ਸਭ ਤੋਂ ਪਹਿਲੇ ਹੋਣ ਜਾਂ ਸਭ ਤੋਂ ਅੰਤਲੇ ਹੋਣ ਦਾ ਸੰਕਲਪ ਹੀ ਨਹੀਂ ਹੈ। ਜੋ ਹੈ ਉਹ ਪਹਿਲਾਂ ਵੀ ਸੀ, ਸਾਡੇ ਮਗਰੋਂ ਵੀ ਹੋਏਗਾ। ਇਸ ਜੀਵਨ ਦਾ ਨਾ ਕੋਈ ਆਰੰਭ ਹੈ, ਨਾ ਅੰਤ ਹੈ। ਸਮੇਂ ਦੇ ਇਸ ਅਨੰਤ ਸੰਕਲਪ ਕਾਰਨ ਨਾ ਕੋਈ ਕਾਲ ਹੈ, ਨਾ ਕੋਈ ਚਿੰਤਾ। ਚਿੰਤਾ ਅਤੇ ਕਾਲ ਉਦੋਂ ਉਪਜਦੀਆਂ ਹਨ ਜਦੋਂ ਸਮਾਂ ਘੱਟ ਹੋਵੇ, ਇੱਛਾਵਾਂ ਵਧੇਰੇ ਹੋਣ, ਜਦੋਂ ਵਸੀਲੇ ਘੱਟ ਹੋਣ ਅਤੇ ਪ੍ਰਾਪਤੀ ਦੀ ਅਭਿਲਾਸ਼ਾ ਵਧੇਰੇ ਹੋਵੇ। ਤਿੱਬਤੀ ਲਾਮੇ ਕਾਹਲੀ ਵੀ ਹੌਲੀ ਹੌਲੀ ਕਰਦੇ ਹਨ। ਉਹ ਕਹਿੰਦੇ ਹਨ, ਜੇ ਦੌੜੋਗੇ ਤਾਂ ਕਦੀ ਵੀ ਨਹੀਂ ਅਪੜੋਗੇ। ਉਹ ਕਿਸੇ ਦੂਜੇ ਕਿਨਾਰੇ ਪਹੁੰਚਣਾ ਹੀ ਨਹੀਂ ਚਾਹੁੰਦੇ, ਕਿਉਂਕਿ ਉਹ ਕਹਿੰਦੇ ਹਨ ਕਿ ਉਹ ਤਾਂ ਪਹਿਲਾਂ ਹੀ ਦੂਜੇ ਕਿਨਾਰੇ ਖਲੋਤੇ ਹੋਏ ਹਨ। ਜਦੋਂ ਸਮਾਂ ਅਨੰਤ ਹੋਵੇ ਤਾਂ ਨਾ ਟੁਰਨ ਦੀ ਕਾਹਲ ਹੁੰਦੀ ਹੈ, ਨਾ ਪਹੁੰਚਣ ਦੀ ਚਿੰਤਾ। ਵਕਤ ਦੇ ਸੀਮਤ ਹੋਣ ਦਾ ਅਹਿਸਾਸ ਹੀ ਸਾਡੀਆਂ ਚਿੰਤਾਵਾਂ ਦਾ ਸਰੋਤ ਹੈ। ਹੁਣ ਸਾਰੇ ਕੰਮ ਸਮੇਂ ਦੇ ਸੰਦਰਭ ਵਿੱਚ ਕੀਤੇ ਜਾਣ ਲੱਗ ਪਏ ਹਨ। ਜਿਵੇਂ ਸਾਰੇ ਲੈਣ ਦੇਣ ਨਫੇ ਦੇ ਸੰਦਰਭ ਵਿੱਚ ਕੀਤੇ ਜਾਣ ਲੱਗ ਪਏ ਹਨ। ਹੁਣ ਕਿਹਾ ਜਾਂਦਾ ਹੈ ਕਿ ਜਿਹੜਾ ਕੰਮ ਕਿਸੇ ਵੀ ਵੇਲੇ ਕੀਤਾ ਜਾ ਸਕਦਾ, ਉਹ ਕਦੇ ਵੀ ਨਹੀਂ ਕੀਤਾ ਜਾਂਦਾ। ਅਜੋਕੇ ਯੁੱਗ ਵਿੱਚ ਹਰ ਕਿਸੇ ਦਾ ਵਕਤ ਨਾਲ ਰਿਸ਼ਤਾ ਵੱਖਰੀ ਭਾਂਤਾ ਹੈ। ਕਈ ਵਕਤ ਨੂੰ ਕੱਟਦੇ ਹਨ, ਕਈ ਗੁਜ਼ਾਰਦੇ ਹਨ, ਕੁਝ ਲੰਘਾਉਂਦੇ ਹਨ, ਥੋੜ੍ਹੇ ਵਰਤਦੇ ਹਨ, ਕੁਝ ਫੜਦੇ ਹਨ, ਪਰ ਬਹੁਤੇ ਵਕਤ ਦੇ ਪਿੱਛੇ ਦੌੜਦੇ ਹਨ। ਜਿਹੜੇ ਆਪਣੇ ਵਕਤ ਦੀ ਦੁਰਵਰਤੋਂ ਕਰਦੇ ਹਨ, ਉਹੀ ਸਮੇਂ ਦੇ ਘੱਟ ਹੋਣ ਦੀ ਸ਼ਿਕਾਇਤ ਕਰਦੇ ਹਨ। ਜਿਵੇਂ ਲੰਮੀਆਂ ਬਹਿਸਾਂ ਅਕਸਰ ਨਿਗੂਣੇ ਵਿਸ਼ਿਆਂ 'ਤੇ ਹੁੰਦੀਆਂ ਹਨ, ਉਵੇਂ ਲੰਮੀਆਂ ਉਡੀਕਾਂ ਅਕਸਰ ਛੋਟੇ ਵਿਅਕਤੀਆਂ ਅਤੇ ਛੋਟੀਆਂ ਪ੍ਰਾਪਤੀਆਂ ਲਈ ਹੁੰਦੀਆਂ ਹਨ। ਜਦੋਂ ਉਡੀਕ ਲੰਮੀ ਹੋ ਜਾਏ ਤਾਂ ਸੋਚਣਾ ਚਾਹੀਦਾ ਹੈ ਕਿ ਜਿਸ ਦੀ ਉਡੀਕ ਕਰ ਰਹੇ ਹਾਂ,
ਕੀ ਉਹ ਉਡੀਕਣ ਯੋਗ ਹੈ? ਇਹ ਵੀ ਪਤਾ ਲਾਉਣਾ ਚਾਹੀਦਾ ਹੈ ਕਿ ਸਾਡੀ ਉਡੀਕ ਵਿੱਚ ਘਾਟ ਕਿੱਥੇ ਹੈ। ਜਦੋਂ ਕਿਸੇ ਲੇਖਕ ਦੀ ਕੋਈ ਰਚਨਾ ਪ੍ਰਸਿੱਧ ਹੋ ਜਾਂਦੀ ਹੈ ਤਾਂ ਉਸ ਵਿੱਚ ਉਸ ਸਫਲਤਾ ਨੂੰ ਦੁਹਰਾਉਣ ਦੀ ਇੱਛਾ ਉਪਜਦੀ ਹੈ, ਜਿਹੜੀ ਕਦੇ ਪੂਰੀ ਨਹੀਂ ਹੁੰਦੀ। ਉਸ ਦਾ ਕਾਰਜ ਖੁੱਲ੍ਹੇ ਬੂਹੇ ਦੀ ਕੁੰਡੀ ਖੜਕਾਉਣ ਵਾਂਗ ਹੁੰਦਾ ਹੈ। ਇਵੇਂ ਹੀ ਪ੍ਰੇਮੀ ਪਹਿਲੇ ਚੁੰਮਣ ਵਾਲੇ ਅਹਿਸਾਸ ਨੂੰ ਮੁੜ ਪ੍ਰਾਪਤ ਕਰਨ ਲਈ ਪ੍ਰੇਮਿਕਾ ਨੂੰ ਚੁੰਮਣ ਦੀ ਥਾਂ ਚੱਟਣ ਲੱਗ ਪੈਂਦਾ ਹੈ। ਕਈਆਂ ਵਿੱਚ ਕੋਈ ਫਾਰਮੂਲਾ ਜਾਂ ਸਬਕ ਸਿੱਖਣ ਦੀ ਬੇਬਲਤਾ ਹੁੰਦੀ ਹੈ, ਪਰ ਉਹ ਉਦੋਂ ਤਿਲ ਮਿਲਾਉਂਦੇ ਹਨ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਬਕ ਸਿੱਖਣ ਤੋਂ ਬਾਅਦ ਵੀ ਉਸ ਨੂੰ ਲਾਗੂ ਕਰਨਾ ਸੰਭਵ ਨਹੀਂ ਹੁੰਦਾ। ਅਸੀਂ ਜਾਣਦੇ ਹਾਂ ਕ੍ਰੋਧ ਚੰਗਾ ਨਹੀਂ ਹੁੰਦਾ, ਪਰ ਅਸੀਂ ਕ੍ਰੋਧ ਕਰਦੇ ਹਾਂ। ਅਸੀਂ ਜਾਣਦੇ ਹਾਂ ਲਾਲਚ ਬੁਰੀ ਬਲਾ ਹੈ, ਪਰ ਫਿਰ ਵੀ ਅਸੀਂ ਲਾਲਚ ਨੂੰ ਤਿਆਗ ਨਹੀਂ ਸਕਦੇ। ਸਾਨੂੰ ਪਤਾ ਹੈ ਕਿ ਉਡੀਕ ਕਰਨੀ ਔਖੀ ਹੁੰਦੀ ਹੈ, ਪਰ ਫਿਰ ਵੀ ਅਸੀਂ ਅਕਸਰ ਦੇਰ ਨਾਲ ਅਪੜਦੇ। ਜਿਵੇਂ ਪੀੜ ਵਿੱਚ ਸਜਾਵਟ ਨਹੀਂ ਫੱਬਦੀ, ਇਵੇਂ ਹੀ ਉਡੀਕ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ। ਇਮਤਿਹਾਨ ਉਪਰੰਤ ਨਤੀਜੇ ਦੀ ਉਡੀਕ, ਮੰਗਣੀ ਉਪਰੰਤ ਵਿਆਹ ਦੀ ਉਡੀਕ, ਸਕੂਲ ਵਿੱਚ ਅਖੀਰਲੀ ਘੰਟੀ ਦੀ ਉਡੀਕ, ਫੌਜੀ ਲਈ ਛੁੱਟੀ ਦੀ ਉਡੀਕ, ਵਿਧਵਾ ਦੀ ਦੂਜੇ ਵਿਆਹ ਦੀ ਉਡੀਕ, ਲੇਬਰ ਚੌਕ ਵਿੱਚ ਖਲੋਤੇ ਦਿਹਾੜੀਦਾਰ ਦੀ ਉਡੀਕ, ਡਰੇ ਹੋਏ ਬੰਦੇ ਵੱਲੋਂ ਸਵੇਰ ਹੋਣ ਦੀ ਉਡੀਕ, ਔੜ ਵਿੱਚ ਕਿਸਾਨ ਵੱਲੋਂ ਮੀਂਹ ਦੀ ਉਡੀਕ, ਨਵੇਂ ਲੇਖਕ ਵੱਲੋਂ ਭੇਜੀ ਰਚਨਾ ਛਪਣ ਦੀ ਉਡੀਕ, ਫਾਟਕ ਖੁੱਲ੍ਹਣ ਦੀ ਉਡੀਕ, ਮਾਂ ਵੱਲੋਂ ਗੁਆਚੇ ਬੱਚੇ ਦੇ ਲੱਭ ਪੈਣ ਦੀ ਉਡੀਕ, ਡਿਓਢੀ ਵਿੱਚ ਬੈਠੇ ਬਜ਼ੁਰਗ ਵੱਲੋਂ ਮੌਤ ਦੀ ਉਡੀਕ ਆਦਿ ਉਡੀਕ ਦੀਆਂ ਕੁਝ ਕਿਸਮਾਂ ਹਨ। ਦੀਵਾਲੀ ਕਈ ਮਹੀਨੇ ਉਡੀਕੀ ਜਾਂਦੀ ਹੈ, ਪਰ ਇੱਕ ਦਿਨ ਵਿੱਚ ਹੀ ਲੰਘ ਜਾਂਦੀ ਹੈ। ਪਹਿਲਾਂ ਸੁਰੰਗ ਆਉਣ ਦੀ ਅਤੇ ਜਦੋਂ ਆ ਜਾਵੇ ਉਹਦੇ ਮੁੱਕਣ ਦੀ ਉਡੀਕ ਲੱਗ ਜਾਂਦੀ ਹੈ। ਬੱਚਿਆਂ ਕੋਲ ਸਮੇਂ ਦਾ ਮਾਪ ਤੋਲ ਨਹੀਂ ਹੁੰਦਾ, ਸੋ ਉਹ ਕਾਹਲੀ ਨਾਲ ਉਡੀਕਦੇ ਹਨ। ਇਸਤਰੀਆਂ ਪੁਰਸ਼ਾਂ ਦੇ ਮੁਕਾਬਲੇ ਵਧੇਰੇ ਸਹਿਜ ਅਤੇ ਧੀਰਜ ਨਾਲ ਉਡੀਕਦੀਆਂ ਹਨ। ਪੁਰਸ਼ਾਂ ਨੇ ਹਰ ਸਮੇਂ ਕਿਧਰੇ ਪਹੁੰਚਣਾ ਹੁੰਦਾ, ਸੋ ਉਡੀਕਣਾ ਉਹਨਾਂ ਲਈ ਮਜਬੂਰੀ ਅਤੇ ਔਖਿਆਈ ਵਾਲਾ ਕਾਰਜ ਹੁੰਦਾ ਹੈ। ਉਡੀਕ ਕਮਰੇ ਨਿਰਉਤਸ਼ਾਹ ਵਾਤਾਵਰਨ ਵਾਲੇ ਹੁੰਦੇ ਹਨ, ਜਿੱਥੇ ਹਰ ਸਮੇਂ ਇੰਝ ਲੱਗਦਾ ਜਿਵੇਂ ਸਵੇਰ ਦੇ 3 ਵਜੇ ਹੋਣ, ਅਤੇ ਉਡੀਕ ਕਮਰੇ ਵਿੱਚ ਬੈਠੇ ਸੁੱਤੇ ਲੋਕ ਹਾਰੇ ਹੋਏ, ਥੱਕੇ ਹੋਏ ਅਤੇ ਅੱਕੇ ਹੋਏ ਪ੍ਰਤੀਤ ਹੁੰਦੇ ਹਨ, ਜਿੱਥੋਂ ਹਰ ਕੋਈ ਮੌਕਾ ਮਿਲਦਿਆਂ ਹੀ ਦੌੜ ਜਾਣਾ ਚਾਹੁੰਦਾ ਹੈ। ਉਡੀਕ ਦੇ ਆਪਣੇ ਨੇਮ ਹਨ। ਉਡੀਕ ਦਾ ਆਪਣਾ ਵਿਆਕਰਨ ਅਤੇ ਸੱਭਿਆਚਾਰ ਹੁੰਦਾ ਹੈ। ਜੇ ਕਿਸੇ ਥਾਂ ਭੋਗ 3 ਵਜੇ ਪੈਣਾ ਹੈ ਤਾਂ 3 ਵਜੇ ਤੱਕ ਜੋ ਮਰਜ਼ੀ ਕੀਤਾ ਜਾਏ, ਲੋਕ ਖਿੜੇ ਮੱਥੇ ਬਰਦਾਸ਼ਤ ਕਰਨਗੇ, ਪਰ 3 ਵਜੇ ਤੋਂ ਮਗਰੋਂ ਜੋ ਕੁਝ ਵੀ ਹੋਏਗਾ ਉਸ ਨੂੰ ਲੋਕ ਆਪਣੇ ਨਾਲ ਹੋ ਰਹੀ ਵਧੀਕੀ ਸਮਝਣਗੇ। ਕਿਸੇ ਵੀ ਥਾਂ ਲਾਈਨ 'ਚ ਖਲੋ ਕੇ ਉਡੀਕ ਕਰਦਿਆਂ ਤੁਹਾਡੇ ਤੋਂ ਝੱਟ ਪਿੱਛੇ ਖਲੋਤਾ ਵਿਅਕਤੀ ਬੇਚੈਨੀ ਪ੍ਰਗਟ ਪਾਏਗਾ, ਜਦੋਂ ਕਿ ਲਾਈਨ ਦੇ ਅੰਤ 'ਤੇ ਖਲੋਤਾ ਵਿਅਕਤੀ ਹੋਣੀ ਨੂੰ ਚੁੱਪਚਾਪ ਬਰਦਾਸ਼ਤ ਕਰੇਗਾ। ਫਿਰ ਅਚਾਨਕ ਹੀ ਹਾਲ ਦੁਆਈ ਪੈਣ ਲੱਗ ਪਏਗੀ, ਜਿਵੇਂ ਕਿਹਾ ਜਾ ਰਿਹਾ ਹੋਵੇ ਉਡੀਕ ਨੂੰ ਬਰਾਬਰ ਨਹੀਂ ਵੰਡਿਆ ਜਾ ਰਿਹਾ। ਅਮੀਰੀ ਸਾਨੂੰ ਉਡੀਕ ਤੋਂ ਮੁਕਤ ਕਰਦੀ ਹੈ। ਅਮੀਰਾਂ ਕੋਲ ਅਜਿਹੇ ਸਾਧਨ ਹੁੰਦੇ ਹਨ ਕਿ ਉਹਨਾਂ ਨੂੰ ਉਡੀਕ ਨਹੀਂ ਕਰਨੀ ਪੈਂਦੀ। ਉਹ ਉਡੀਕਣ ਵਾਲੇ ਕੰਮਾਂ ਅਤੇ ਹੋਰਾਂ ਨੂੰ ਨਿਯੁਕਤ ਕਰ ਦਿੰਦੇ ਹਨ। ਅਮੀਰਾਂ ਕੋਲ ਉਡੀਕ ਨੂੰ ਦਿਲਚਸਪ ਬਣਾਉਣ ਦੇ ਵੀ ਅਨੇਕਾਂ ਸਾਧਨ ਹੁੰਦੇ ਹਨ। ਉਡੀਕ ਇੱਕ ਅਜਿਹਾ ਅਨੁਭਵ ਹੈ ਜਿਹੜਾ ਮਨੁੱਖ ਨੂੰ ਉਸਦੀ ਆਰਥਿਕ ਅਤੇ ਸਮਾਜਿਕ ਸਥਿਤੀ ਤੋਂ ਜਾਣੂ ਕਰਵਾਉਂਦਾ ਹੈ। ਅਮੀਰ ਅਤੇ ਸਮਰੱਥਾਵਾਨ ਲੋਕ ਦੂਜਿਆਂ ਨੂੰ ਉਡੀਕ ਵਿੱਚ ਰੱਖ ਕੇ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਦੇ ਹਨ। ਕਿਸੇ ਨੂੰ ਉਡੀਕ ਵਿੱਚ ਰੱਖਣਾ ਉਸ ਪ੍ਰਤੀ ਆਪਣੀ ਮਹੱਤਤਾ ਅਤੇ ਕਈ ਵਾਰੀ ਨਾਰਾਜ਼ਗੀ ਪ੍ਰਗਟਾਉਣ ਦਾ ਇੱਕ ਢੰਗ ਬਣ ਗਿਆ ਹੈ। ਉਡੀਕ ਸੰਕਟ ਵਾਲੀ ਇੱਕ ਸਥਿਤੀ ਹੁੰਦੀ ਹੈ ਜਿਹੜੇ ਸਾਡੀ ਚਰਿੱਤਰ ਦੇ ਅਸਲ ਰੰਗਾਂ ਨੂੰ ਉਜਾਗਰ ਕਰਦੀ ਹੈ। ਅਜੋਕੇ ਯੁੱਗ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਪੱਖੋਂ ਬਦਨਸੀਬ ਹੈ। ਉਸਨੂੰ ਕਿਸੇ ਉਸਦੀ ਉਡੀਕ ਹੈ ਜਿਹੜਾ ਉਸਨੂੰ ਬਦਨਸੀਬੀ ਤੋਂ ਛੁਟਕਾਰਾ ਦਿਵਾ ਸਕੇ। ਗਰੀਬ ਲੋਕ ਆਪਣੀ ਗਰੀਬੀ ਦੇ ਕੱਟ ਜਾਣ ਦੀ ਸਾਂਝੀ ਉਡੀਕ ਵਿੱਚ ਆਪਣਾ ਹੀ ਫਲਸਫਾ ਉਸਾਰ ਲੈਂਦੇ ਹਨ। ਉਦਾਸ ਭੈਣਾਂ ਬੰਦੀ ਛੋੜ ਭਰਾਵਾਂ ਦੀ ਉਡੀਕ ਵਿੱਚ ਕਾਲੀਆਂ ਕਿੱਕਰਾਂ ਹੋ ਨਿਬੜਦੀਆਂ ਹਨ। ਸਾਧਾਂ ਸੰਤਾਂ ਨੇ ਉਡੀਕ ਦਾ ਆਪਣਾ ਹੀ ਸੰਕਲਪ ਉਸਾਰਿਆ ਹੋਇਆ। ਚੇਲਾ ਅਤੇ ਸ਼ਰਧਾਲੂ ਉਹੀ ਹੈ ਜੋ ਉਡੀਕ ਸਕਦਾ ਹੈ। ਸਾਧੂ ਲੋਕ ਤੈਰਨ ਅਤੇ ਵਹਿਣ ਦਾ ਅੰਤਰ ਕਰਦੇ ਹਨ। ਥੱਕਦਾ ਉਹੀ ਹੈ ਜੋ ਤੈਰਦਾ ਹੈ, ਜੋ ਵਹਿੰਦਾ ਹੈ ਉਹਨੂੰ ਕਾਹਦੀ ਥਕਾਵਟ। ਜਿੱਧਰ ਚਲੇ ਗਏ ਉਹੀ ਰਾਹ ਹੈ, ਜਿੱਥੇ ਰੁਕ ਗਏ ਉਹੀ ਮੰਜ਼ਿਲ ਹੈ, ਜਿੱਥੇ ਡੁੱਬ ਗਏ ਉਹੀ ਮੁਕਤੀ ਹੈ। ਮਰੀਜ਼ ਡਾਕਟਰ ਕੋਲੋਂ ਇਹ ਸੁਣਨ ਦੀ ਉਡੀਕ ਕਰਦੇ ਹਨ ਕਿ ਉਹ ਠੀਕ ਹਨ ਜਾਂ ਠੀਕ ਹੋ ਜਾਣਗੇ। ਜੇਲ੍ਹ ਵਿੱਚ ਕੈਦ ਵੀ ਇੱਕ ਪ੍ਰਕਾਰ ਦੀ ਉਡੀਕ ਹੁੰਦੀ ਹੈ। ਕੈਦੀ ਲਈ ਬਾਹਰ ਆਉਣ ਤੱਕ ਕੀਤੀ ਜਾਣ ਵਾਲੀ ਲੰਮੀ ਉਡੀਕ ਹੀ ਉਹਦੀ ਸਜ਼ਾ ਹੈ।
ਉਡੀਕ ਕਰਦਿਆਂ ਸਾਨੂੰ ਸੋਝੀ ਹੁੰਦੀ ਹੈ ਕਿ ਸਮਾਂ ਬੜਾ ਕੀਮਤੀ ਹੈ, ਪਰ ਦਰਦ ਤਾਂ ਇਸ ਦੇ ਵਿਅਰਥ ਜਾਣ ਵਿੱਚੋਂ ਉਪਜਦਾ ਹੈ। ਸਾਨੂੰ ਇੰਝ ਜਾਪਦਾ ਜਿਵੇਂ ਬਿਨਾਂ ਕਿਸੇ ਜੁਰਮ ਦੇ ਸਜ਼ਾ ਦਿੱਤੀ ਗਈ ਹੋਵੇ, ਜਿਵੇਂ ਦੂਜਿਆਂ ਦੀ ਅਣਗਹਿਲੀ ਦੀ ਸਜ਼ਾ ਅਸੀਂ ਭੁਗਤ ਰਹੇ ਹੋਈਏ। ਉਕਤਾਹਟ, ਅਕੇਵਾਂ, ਬੇਚੈਨੀ, ਤੌਖਲਾ, ਬੇਆਰਾਮੀ ਤੇ ਭਾਂਤ ਭਾਂਤ ਦੀਆਂ ਦੁਰਘਟਨਾਵਾਂ ਦੇ ਪਰਛਾਵੇਂ ਉਡੀਕ ਨੂੰ ਅਸਹਿਣਯੋਗ ਬਣਾ ਦਿੰਦੇ ਹਨ। ਉਡੀਕ ਨੂੰ ਵਿਉਂਤਿਆ ਨਹੀਂ ਜਾ ਸਕਦਾ। ਉਡੀਕ ਇੱਕ ਅਜਿਹੀ ਬਿਪਤਾ ਹੈ ਜਿਸ ਲਈ ਅਸੀਂ ਤਿਆਰ ਨਹੀਂ ਹੁੰਦੇ। ਜੀਵਨ ਵਿੱਚ ਕਾਹਲ ਵਧਣ ਨਾਲ ਉਡੀਕ ਕਰਨੀ ਮੁਸ਼ਕਿਲ ਹੁੰਦੀ ਜਾ ਰਹੀ ਹੈ। ਜਦੋਂ ਅੱਗੇ ਲੰਘ ਜਾਣ ਦੀ ਕਾਹਲ ਹੋਵੇ ਤਾਂ ਕਿਸੇ ਪੱਕੇ ਰਿਸ਼ਤੇ ਦੀ ਸੰਭਾਵਨਾ ਨਹੀਂ ਹੁੰਦੀ। ਹੁਣ ਜਦੋਂ ਲੋਕ ਇੱਕ ਦੂਜੇ ਨੂੰ ਉਵੇਂ ਮਿਲਦੇ ਹਨ ਜਿਵੇਂ ਵਾਵਰੋਲਾ ਹਨੇਰੀ ਨੂੰ ਮਿਲ ਰਿਹਾ ਹੋਵੇ। ਵਾਵਰੋਲਿਆਂ ਵਿੱਚ ਧੀਰਜ ਨਹੀਂ ਹੁੰਦਾ, ਹਨੇਰੀਆਂ ਆਪਣਾ ਪਤਾ ਨਹੀਂ ਦੱਸਦੀਆਂ। ਜਿਸ ਸਮਾਜ ਵਿੱਚ ਪੁਰਸ਼ ਵਾਵਰੋਲਿਆਂ ਵਾਂਗ ਤੇ ਇਸਤਰੀਆਂ ਹਨੇਰੀਆਂ ਵਾਂਗ ਹੋ ਨਿਬੜਨ, ਉਸ ਸਮਾਜ ਵਿੱਚ ਡੂੰਘੇ, ਹੰਢਣਸਾਰ ਤੇ ਸੁੱਚੇ ਰਿਸ਼ਤਿਆਂ ਦੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ। ਪਿਆਰ ਦੀ ਸੰਭਾਵਨਾ ਤਾਂ ਉਦੋਂ ਹੀ ਉਜਾਗਰ ਹੁੰਦੀ ਹੈ ਜਦੋਂ ਕੋਈ ਪੂਰਾ ਮਰਦ ਕਿਸੇ ਪੂਰੀ ਇਸਤਰੀ ਦੇ ਸਨਮੁਖ ਹੋਵੇ। ਜਿੱਥੇ ਪਿਆਰ ਹੋਵੇਗਾ ਉੱਥੇ ਉਡੀਕ ਦੀ ਸਹਿਣਸ਼ੀਲਤਾ ਵੀ ਹੋਵੇਗੀ। ਪਿਆਰ ਸਾਨੂੰ ਉਡੀਕ ਕਰਨੀ ਸਿਖਾਉਂਦਾ ਹੈ। ਸਾਰੀਆਂ ਕੋਮਲ ਕਲਾਵਾਂ ਇਸੇ ਉਡੀਕ ਦੌਰਾਨ ਉਪਜਦੀਆਂ ਹਨ। ਉਰਦੂ ਸ਼ਾਇਰੀ ਪ੍ਰੇਮੀ ਵੱਲੋਂ ਪ੍ਰੇਮਿਕਾ ਦੀ ਉਡੀਕ ਵਿੱਚ ਕਲਪਨਾ ਦਾ ਹੁਲਾਰਾ ਹੈ। ਜਿਸ ਸਮਾਜ ਵਿੱਚ ਉਡੀਕਾਂ ਸੁੱਚੀਆਂ ਨਹੀਂ ਹੁੰਦੀਆਂ, ਉੱਥੇ ਹਾਰ ਨੂੰ ਬਰਦਾਸ਼ਤ ਕਰਨ ਤੇ ਜਿੱਤ ਨੂੰ ਹਜ਼ਮ ਕਰਨ ਦੀ ਸਮਰੱਥਾ ਵੀ ਨਹੀਂ ਹੁੰਦੀ। ਉੱਥੇ ਬੱਚਿਆਂ ਵਿੱਚ ਰਲ ਕੇ ਖੇਡਣ ਦੀਆਂ ਸੰਭਾਵਨਾਵਾਂ ਵੀ ਨਹੀਂ ਹੁੰਦੀਆਂ, ਕਿਉਂਕਿ ਅਜਿਹੇ ਸਮਾਜ ਵਿੱਚ ਹਰ ਕੋਈ ਜਿੱਤਣਾ ਚਾਹੁੰਦਾ ਹੈ। ਪਿਆਰ ਦਾ ਰਿਸ਼ਤਾ ਤੈਰਨ ਵਾਲਾ ਅਨੁਭਵ ਨਹੀਂ, ਵਹਿਣ ਵਾਲਾ ਅਹਿਸਾਸ ਹੈ। ਸਦੀਵੀ ਪਿਆਰ ਲਈ ਪ੍ਰੇਮੀਆਂ ਵਿਚਕਾਰ ਉਡੀਕ ਦੀ ਸਾਂਝੀ ਭਾਸ਼ਾ ਦਾ ਹੋਣਾ ਲਾਜ਼ਮੀ ਹੈ। ਕੱਲ੍ਹ ਤੱਕ ਉਡੀਕ ਕਿਸੇ ਰਿਸ਼ਤੇ ਦੀ ਡੂੰਘਾਈ, ਵਿਸ਼ਾਲਤਾ ਤੇ ਅਮੀਰੀ ਦਾ ਮਾਪ ਹੋਇਆ ਕਰਦੀ ਸੀ। ਉਡੀਕ ਦੀ ਸਮਰੱਥਾ ਕਿਸੇ ਬੁੱਧੀਮਾਨ ਸਾਧ ਜਾਂ ਸੰਤ ਦੀ ਪਹਿਚਾਣ ਹੋਇਆ ਕਰਦੀ ਸੀ। ਚੇਲਾ ਜਾਂ ਸ਼ਾਗਿਰਦ ਬਣ ਹੀ ਹੋ ਸਕਦਾ ਸੀ ਜਿਸ ਵਿੱਚ ਉਡੀਕ ਦਾ ਗੁਣ ਹੋਇਆ ਕਰਦਾ ਸੀ। ਸਾਡੇ ਦੇਸ਼ ਵਿੱਚ ਕਾਹਲੀ ਦੀ ਹਰ ਪੱਧਰ ਤੇ ਨਿੰਦਾ ਹੋਈ ਤੇ ਸਹਿਜ ਉਡੀਕ ਨੂੰ ਵਡਿਆਇਆ ਗਿਆ ਹੈ। ਸਾਡੇ ਦੇਸ਼ ਵਿੱਚ ਉਹਨਾਂ ਬਿਰਛਾਂ ਦੀ ਪੂਜਾ ਹੋਈ ਜਿਹੜੇ ਲੰਮੀ ਉਡੀਕ ਮਗਰੋਂ ਸੰਪੂਰਨ ਹੁੰਦੇ ਹਨ। ਸਾਡੇ ਦੇਸ਼ ਵਿੱਚ ਉਡੀਕ ਤੇ ਸਹਿਣਸ਼ੀਲਤਾ ਉਹ ਗੁਣ ਮੰਨੇ ਗਏ ਹਨ ਜਿਨ੍ਹਾਂ ਨੂੰ ਨਾ ਕ੍ਰੋਧ ਜਿੱਤ ਸਕਦਾ, ਨਾ ਸਮਾਂ ਫਤਿਹ ਕਰ ਸਕਦਾ। ਕਿਹਾ ਜਾਂਦਾ ਹੈ ਕਿ ਜੋ ਸਮੇਂ ਵਿਰੁੱਧ ਲੜਦੇ ਹਨ ਉਹ ਉਸ ਦੁਸ਼ਮਣ ਵਿਰੁੱਧ ਲੜਦੇ ਹਨ ਜੋ ਨਾ ਥੱਕਦਾ ਨਾ ਮੁੱਕਦਾ, ਪਰ ਸਹਿਣਸ਼ੀਲਤਾ ਤੇ ਉਡੀਕ ਜਿਹੇ ਗੁਣਾਂ ਸਾਹਮਣੇ ਸਮਾਂ ਵੀ ਹਾਰ ਜਾਂਦਾ ਹੈ। ਸਾਡੇ ਮਨਾਂ ਵਿੱਚ ਅਨੇਕਾਂ ਪ੍ਰਸ਼ਨ ਉਪਜਦੇ ਹਨ ਜਿਨ੍ਹਾਂ ਦੇ ਉੱਤਰ ਪਾਉਣ ਲਈ ਅਸੀਂ ਕਾਹਲੇ ਪੈ ਜਾਂਦੇ ਹਾਂ, ਪਰ ਉਡੀਕ ਨਾਲ ਇਹਨਾਂ ਦੇ ਹੱਲ ਆਪ ਮੁਹਾਰੇ ਪ੍ਰਾਪਤ ਹੋ ਜਾਂਦੇ ਹਨ। ਸਾਡੀਆਂ ਬਹੁਤੀਆਂ ਪਰੇਸ਼ਾਨੀਆਂ ਕਾਹਲ ਵਿੱਚ ਉਪਜਦੀਆਂ ਹਨ। ਇਹਨਾਂ ਦਾ ਹੱਲ ਉਡੀਕ ਹੈ। ਅੱਜ ਜਿਉਂ-ਜਿਉਂ ਸੂਚਨਾ ਵੱਧ ਰਹੀ ਹੈ, ਤਿਉਂ-ਤਿਉਂ ਸਾਡੇ ਵਿੱਚ ਮਹਿਸੂਸ ਕਰਨ ਦੀ ਸਮਰੱਥਾ ਦੇ ਘਟਣ ਕਾਰਨ ਕਾਹਲ ਵੱਧ ਰਹੀ ਹੈ ਤੇ ਉਡੀਕ ਦੀ ਸਮਰੱਥਾ ਘਟ ਰਹੀ ਹੈ। ਕਾਹਲੀ ਦਾ ਸੰਬੰਧ ਸਮੇਂ ਨਾਲ ਹੈ, ਸਮੇਂ ਦਾ ਸੰਬੰਧ ਸਾਡੀ ਬੁੱਧੀ ਨਾਲ ਹੈ। ਸੋ ਉਡੀਕ ਵਿੱਚ ਸਾਡਾ ਮਨ ਨਹੀਂ, ਸਾਡੀ ਬੁੱਧੀ ਪਰੇਸ਼ਾਨ ਹੁੰਦੀ ਹੈ। ਕਾਹਲ, ਜਲਦੀ, ਜ਼ਰੂਰੀ, ਝਟਪਟ, ਇਹ ਸਭ ਸਾਡੀ ਬੁੱਧੀ ਨਾਲ ਜੁੜੇ ਹੋਏ ਸੰਕਲਪ ਹਨ। ਹੁਣ ਤਾਂ ਅਰਦਾਸ ਵੀ ਕਾਹਲ ਨਾਲ ਕੀਤੀ ਜਾਂਦੀ ਹੈ। ਉਡੀਕ ਤੋਂ ਬਿਨਾਂ ਅਰਦਾਸ ਕਿਸ ਲੇਖੇ। ਧੰਨਵਾਦ।